ਵਾਹਿਗੁਰੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਅੰਗ 392 ਤੇ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਔਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜੋ ਸੰਤ ਦੀ ਤਸਵੀਰ ਖਿੱਚੀ ਹੈ ਕਿ ਸੰਤ ਵਿੱਚ ਇਹ ਵਾਲੇ ਗੁਣ ਹੁੰਦੇ ਨੇ, ਇਹ ਲੱਛਣ ਹੁੰਦੇ ਨੇ, ਔਰ ਜਿਹਦੇ ਵਿੱਚ ਇਸ ਤਰ੍ਹਾਂ ਦੇ ਗੁਣ ਹੁੰਦੇ ਨੇ ਉਹਨੂੰ ਸੰਤ ਕਹਿੰਦੇ ਹਨ, ਜਿਸ ਦੀ ਜੀਵਨ ਜੁਗਤੀ ਇਸ ਤਰ੍ਹਾਂ ਦੀ ਹੁੰਦੀ ਹੈ। ਔਰ ਸੰਤ ਦੀ ਜੀਵਨ ਜੁਗਤੀ ਗੁਰੂ ਸਾਹਿਬ ਜੀ ਨੇ ਉਹ ਸਾਰੀ ਤਸਵੀਰ ਉਸ ਸ਼ਬਦ ਦੇ ਵਿੱਚ ਖਿੱਚੀ ਹੋਈ ਹੈ। ਵੈਸੇ ਦਾਸ ਹਰ ਰੋਜ਼ ਹੀ ਕਥਾ ਕਰਦਾ ਏ, ਬੜਿਆਂ ਥਾਵਾਂ ਤੇ ਹੋਰ ਵੀ ਜਾਈਦਾ ਪ੍ਰੋਗਰਾਮਾਂ ਤੇ ਕਥਾ ਕਰਨਾ, ਤੇ ਪਰ ਵੀਡੀਓ ਕਦੀ ਜ਼ਿਆਦੀਆਂ ਬਣਾਈਦੀਆਂ ਨਹੀਂ ਆ, ਕਿਉਂਕਿ ਸਮਾਂ ਹੀ ਨਹੀਂ ਹੁੰਦਾ, ਧਿਆਨ ਉੱਥੇ ਹੁੰਦਾ ਵਾ ਵੀ ਸ਼ਬਦ ਵਿੱਚ ਧਿਆਨ ਹੁੰਦਾ ਏ। ਸੋ ਮੈਂ ਸੋਚਿਆ ਵੀ ਇਸ ਤਰ੍ਹਾਂ ਜਦੋਂ ਵਿਹਲਾ ਟਾਈਮ ਹੁੰਦਾ, ਫ੍ਰੀ ਟਾਈਮ ਹੁੰਦਾ, ਤੇ ਕੋਈ ਸ਼ਬਦ ਜਿਹੜੇ ਜਿੰਨੇ ਵੀ ਆਪਾਂ ਨੂੰ ਯਾਦ ਹੈਗੇ ਨੇ, ਸ਼ਬਦ ਜਿਨ੍ਹਾਂ ਦੀ ਆਪਾਂ ਵਿਆਖਿਆ, ਸਤਿਗੁਰ ਦੀ ਕਿਰਪਾ ਨਾਲ ਬਹੁਤ ਸਾਰੇ ਸ਼ਬਦ ਵਾਹਿਗੁਰੂ ਜੀ ਨੇ ਗੁਣਾਂ ਦਾ ਖਜ਼ਾਨਾ ਬਖਸ਼ਿਆ ਹੈ, ਤੇ ਉਹਨਾਂ ਦੀ ਵਿਆਖਿਆ ਕਰੀਦੀ ਆ, ਹਰ ਰੋਜ਼ ਕਥਾ ਵੀ ਕਰੀਦੀ ਆ। ਤੇ ਮੈਂ ਸੋਚਿਆ ਵੀ ਇਸ ਤਰ੍ਹਾਂ ਫ੍ਰੀ ਟਾਈਮ ਸ਼ਬਦਾਂ ਦੀ ਵਿਆਖਿਆ ਸੋ ਸੰਗਤਾਂ ਨਾਲ ਜਿਹੜੀ ਹੈ ਉਹ ਸਾਂਝ ਪਾਈ ਜਾਵੇ। ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਸ਼ਬਦਾਂ ਦੀ ਜਿਹੜੀ ਵਿਚਾਰ ਆਪ ਜੀ ਦੇ ਨਾਲ ਕਰਦਾ ਰਹੂੰਗਾ। ਅੱਜ ਦਾ ਮੈਂ ਜਿਹੜਾ ਸ਼ਬਦ ਆਪ ਜੀ ਨੂੰ ਇਹਦੇ ਅਰਥ ਦੱਸਣੇ ਹਨ ਵੀ ਜੋ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ, ਔਰ ਸੰਤ ਦੀ ਇਹਦੇ ਵਿੱਚ ਪਰਿਭਾਸ਼ਾ ਦੱਸੀ ਗਈ ਆ। ਸਾਧ ਤੇ ਜਿਹੜਾ ਸਾਧੂ ਲਫ਼ਜ਼ ਹੈ, ਹਿੰਦੀ ਭਾਸ਼ਾ ਦਾ ਇਹ ਲਫ਼ਜ਼ ਆ, ਤੇ ਸਾਧੂ ਜਾਂ ਸਾਧ ਨੂੰ ਭਾਵ ਹੁੰਦਾ ਵੀ ਜਿਹੜਾ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਤੇ ਪਰਮਾਤਮਾ ਦਾ ਸੇਵਾ ਸਿਮਰਨ ਕਰਕੇ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ। ਉਸੇ ਨੂੰ ਸੰਤ ਕਹਿੰਦੇ ਨੇ, ਬ੍ਰਹਮ ਗਿਆਨੀ ਕਹਿ ਦਿੰਦੇ ਨੇ। ਸੋ ਜਿਵੇਂ ਹਿੰਦੂ ਮੱਤ ਆ, ਬੁੱਧ ਮੱਤ ਆ, ਜੈਨ ਮੱਤ ਆ, ਇਹਨਾਂ ਮੱਤਾਂ ਵਿੱਚ ਵੀ ਜਿਹੜੇ ਸੰਤ ਦੀ ਜਿਹੜੀ ਹੈਗੀ ਪਦਵੀ, ਬੜੀ ਜਿਹੜੀ ਪਰਿਭਾਸ਼ਾ ਆਪੋ ਆਪਣੇ ਤਰੀਕੇ ਨਾਲ ਦੱਸੀ ਹੈ, ਪਦਵੀ ਬੜੀ ਉੱਚੀ ਦੱਸੀ ਆ। ਉਹਨਾਂ ਦੇ ਜਿਹੜੇ ਦੱਸੇ ਨੇ ਵੀ ਜਿਹੜੀ ਕਰਨੀ ਹੁੰਦੀ ਆ ਸਾਧੂ ਸੰਤਾਂ ਦੀ, ਉਹਨਾਂ ਦੇ ਹਿਸਾਬ ਨਾਲ ਵੀ ਘਰ ਬਾਹਰ ਛੱਡ ਕੇ ਜੰਗਲਾਂ ਵਿੱਚ ਜਾਣਾ ਪੈਂਦਾ ਏ, ਘਰ ਪਰਿਵਾਰ ਛੱਡ ਕੇ, ਬੱਚੇ ਛੱਡ ਕੇ, ਕੋਈ ਖਾਸ ਤਰ੍ਹਾਂ ਦਾ ਲਿਬਾਸ ਧਾਰਨ ਕਰਨਾ ਪੈਂਦਾ ਏ, ਤੇ ਜਾਂ ਮੰਗ ਕੇ ਖਾਣਾ ਪੈਂਦਾ, ਭਿੱਖਿਆ ਮੰਗ ਕੇ ਖਾਣੀ, ਜਾਂ ਦਾਨ ਪੁੰਨ ਕਰਨੇ ਆਦਿ। ਪਰ ਗੁਰਮਤਿ ਵਿਚਾਰ ਦੇ ਵਿੱਚ ਜਿਹੜਾ ਸੰਤ ਹੈ ਉਹਦੀ ਬੜੀ ਜਿਹੜੀ ਵਿਲੱਖਣ ਇੱਕ ਪਰਿਭਾਸ਼ਾ ਹੈਗੀ, ਉਹ ਇੱਕ ਵੱਖਰਾ ਹੀ ਉਹਦੀ ਜੀਵਨ ਜੁਗਤ ਜਿਹੜੀ ਗੁਰੂ ਸਾਹਿਬਾਂ ਨੇ ਦੱਸੀ ਹੈ। ਕਿਉਂਕਿ ਆਪ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਬਾਣੀ ਦੇ ਵਿੱਚ ਸਾਰੀ ਤਸਵੀਰ ਉਹ ਖਿੱਚੀ ਹੋਈ ਹੈ, ਜੀਵਨ ਜੁਗਤ ਹੈ। ਤੇ ਮੈਂ ਸ਼ਬਦ ਦੀ ਆਰੰਭਤਾ ਦੀ ਪਹਿਲਾਂ ਇੱਕ ਤੁਕ ਬੋਲਾਂਗੇ। ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਇਹ ਪਹਿਲੀ ਪੰਕਤੀ ਆ, ਪਹਿਲਾ ਹੀ ਬੰਦ ਆ ਇਹ ਸ਼ਬਦ ਦਾ। ਔਰ ਜਿਹੜੀ ਰਹਾਉ ਵਾਲੀ ਤੁਕ ਹੈ ਉਹ ਇਹ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਤੇ ਬਾਣੀ ਵਿੱਚ ਵੀ ਹੋਰ ਸੈਂਕੜੇ ਪ੍ਰਮਾਣ ਜਿਹੜੇ ਦਿੱਤੇ ਜਾ ਸਕਦੇ ਨੇ, ਬਹੁਤ ਸਾਰੇ ਪ੍ਰਮਾਣ ਮੈਨੂੰ ਯਾਦ ਵੀ ਨੇ। ਜਿਵੇਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੀਏ, ਪਹਿਲਾਂ ਮੈਂ ਬਾਣੀ ਦੇ ਕੁਝ ਪ੍ਰਮਾਣ ਦੇ ਦੇਵਾਂ, ਫਿਰ ਮੈਂ ਅਰਥ ਜਿਹੜੇ ਹੈਗੇ ਸੰਖੇਪ ਦੇ ਨਾਲ, ਵਿਸਥਾਰ ਦੇ ਨਾਲ ਅਰਥ ਆਪ ਜੀ ਨੂੰ ਦੱਸਾਂਗਾ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਤੇ ਪ੍ਰਭੂ ਪਰਮਾਤਮਾ ਦੇ ਵਿੱਚ ਕੋਈ ਫਰਕ ਹੀ ਨਹੀਂ ਆ, ਕੋਈ ਭੇਦ ਹੀ ਨਹੀਂ ਆ, ਕਿ ਗੁਰੂ ਸਾਹਿਬ ਜੀ ਫਰਮਾ ਰਹੇ ਨੇ। ਔਰ ਹੋਰ ਬਾਣੀ ਵਿੱਚ ਦੇਖੋ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਦ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ।
ਨਿਸ਼ਾਨੀ ਕੀ ਸੀ ਕਿ ਉਹ ਹਰ ਸਾਹ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਨੇ, ਕੋਈ ਸਾਹ ਵਿਅਰਥ ਨਹੀਂ ਜਾਣ ਦਿੰਦੇ। ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਨੂੰ ਪੂਰਨ ਸੰਤ ਕਿਹਾ ਗਿਆ ਹੈ। ਕਬੀਰ ਸੇਵਾ ਕੋ ਦੋਇ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੇ ਮਿੱਤਰ ਸਾਡੜੇ ਸਈ, ਹਉ ਟੁੰਡੇਂਦੀ ਜਗ ਸਫਾਇਆ ਜਨ ਨਾਨਕ ਵਿਰਲੇ ਕੋਈ ਕਈ। ਨਾਨਕ ਕੱਚੜਿਆਂ ਸੰ ਤੋੜ ਢੂੰਡ, ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਔਰ ਇਸ ਤਰ੍ਹਾਂ ਅਨੇਕਾਂ ਪ੍ਰਮਾਣ ਨੇ। ਜਿਨ੍ਹਾਂ ਨੇ ਵਿਸਰੇ ਨਾਮ ਸੇ ਇੱਕ ਨੇ ਇਹ ਭੇਦ ਨ ਜਾਨੋ, ਮੂਲ ਸਾਈ ਜਿਹਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਨੋ ਮਾਨਸ ਦੇਹਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੋ ਅਨੇਕਾਂ ਬਹੁਤ ਸਾਰੇ ਪ੍ਰਮਾਣ ਹੋਰ ਦਿੱਤੇ ਜਾ ਸਕਦੇ ਨੇ। ਮੈਂ ਸ਼ਬਦ ਦੀ ਵਿਚਾਰ ਸ਼ੁਰੂ ਕਰਾਂ ਕਿ ਦੇਖੋ ਸੰਤ ਮਹਾਂਪੁਰਸ਼ ਦੀ ਕਿਤਨੀ ਮਹੱਤਤਾ ਬਾਣੀ ਦੇ ਵਿੱਚ, ਕਿਤਨਾ ਹੀ ਵਡਿਆਈ ਦਿੱਤੀ ਗਈ ਹੈ, ਕਿਤਨਾ ਵਡਿਆਇਆ ਗਿਆ ਹੈ ਸੰਤ ਨੂੰ, ਕਿ ਉਹ ਕਿਤਨਾ ਉੱਚਾ ਉਹਦਾ ਜੀਵਨ ਹੈ। ਔਰ ਉਹਦਾ ਸਾਧ ਸੰਗ ਮਹਾਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੇ ਹਰ ਰੰਗ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਦੇਖੋ ਸੰਤ ਸਹਾਈ ਰਾਮ ਕੇ ਘਰ ਕਿਰਪਾ ਦੀਆ ਮਿਲਾਏ। ਸੋ ਇਸ ਤਰ੍ਹਾਂ ਮੈਨੂੰ ਪ੍ਰਮਾਣ ਤੁਰੇ ਹੀ ਆਉਂਦੇ ਨੇ ਕਿ ਦੇਖੋ ਪ੍ਰਮਾਤਮਾ ਨਾਲ ਮਿਲਾਪ ਹੋਇਆ ਤੇ ਸਹਾਇਤਾ ਕਿੰਨਾ ਕੀਤੀ ਸੰਤਾਂ ਮਹਾਂਪੁਰਖਾਂ ਨੇ। ਸੋ ਉਹਨਾਂ ਦੀ ਸੰਗਤ ਬੜੀ ਜ਼ਰੂਰੀ ਦੱਸੀ ਕਿ ਉਹਨਾਂ ਦੀ ਸੰਗਤ ਤੋਂ ਬਿਨਾਂ ਕੋਈ ਮਨੁੱਖ ਸੰਸਾਰ ਸਾਗਰ ਤੋਂ ਤਰ ਹੀ ਨਹੀਂ ਸਕਦਾ। ਹੁਣ ਉਹਨਾਂ ਦੇ ਵਿੱਚ ਜਿਹੜੇ ਗੁਣ ਹੁੰਦੇ ਨੇ, ਉਹਨਾਂ ਦੇ ਜਿਹੜੇ ਜੀਵਨ ਜੁਗਤ ਹੁੰਦੀ ਆ, ਰਹਾਉ ਵਾਲੀ ਤੋਕਿਆ ਸੰਤ ਰਹਿਤ ਸੁਣੋ ਮੇਰੇ ਭਾਈ। ਇਹ ਮੇਰੇ ਵੀਰ, ਪਰਮਾਤਮਾ ਦੇ ਸੰਤ ਭਗਤ ਦੀ ਜੀਵਨ ਜੁਗਤੀ ਸੁਣ। ਜੀਵਨ ਜੁਗਤ ਕੀ ਹੈ ਕਿ ਉਹਾਂ ਕੀ ਮਹਿਮਾ ਕਥਨ ਨਾ ਜਾਈ। ਉਹਦੀ ਜੀਵਨ ਜੁਗਤ ਇਹ ਹੈ ਕਿ ਉਹਦਾ ਜੀਵਨ ਇਤਨਾ ਉੱਚਾ ਜੀਵਨ ਹੈ ਕਿ ਉਸ ਦੀ ਮਹਿਮਾ ਬਿਆਨ ਹੀ ਨਹੀਂ ਹੋ ਸਕਦੀ, ਉਸ ਦਾ ਵੱਡਪਨ ਬਿਆਨ ਹੀ ਨਹੀਂ ਹੋ ਸਕਦਾ। ਕਿਤਨੀ ਉੱਚੀ ਉਸ ਦੀ ਵਡਿਆਈ ਹੈ, ਕਿਤਨਾ ਵੱਡਪਨ ਹੈ ਉਸ ਦੇ ਅੰਦਰ, ਵੀ ਇਹਦੇ ਬਾਰੇ ਜ਼ਿਕਰ ਹੀ ਨਹੀਂ ਕੀਤਾ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿ ਇਤਨੀ ਵਡਿਆਈ ਦਾ ਮਹਿਮਾ ਦਾ ਮਾਲਕ ਹੈ। ਜਿਵੇਂ ਕਿਤਨੇ ਪ੍ਰਮਾਣ ਹੁਣ ਤੁਰੇ ਆਉਂਦੇ ਨੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਔਰ ਅੱਗੇ ਦੱਸਣਗੇ ਉਸ ਦੀ ਵਡਿਆਈ, ਉਸ ਦਾ ਵੱਡਪਨ ਕੀ ਹੈਗਾ ਹੈ। ਪਹਿਲੀ ਪੰਕਤੀ ਹੈ, ਪ੍ਰਭ ਕਾ ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਕਿ ਜਿਹੜਾ ਪਰਮਾਤਮਾ ਦਾ ਸੰਤ ਹੁੰਦਾ ਹੈ ਉਹ ਪਰਮਾਤਮਾ ਨੂੰ ਅੱਠੇ ਪਹਿਰ ਨੇੜੇ ਵਸਦਾ ਸਮਝਦਾ, ਕਿ ਪਰਮਾਤਮਾ ਹਰ ਵੇਲੇ ਹਾਜ਼ਰ ਨਾਜ਼ਰ। ਦੇਖ ਲਓ ਵੀ ਇਹ ਇੱਕ ਬੜੀ ਵੱਡੀ ਚੀਜ਼ ਹੁੰਦੀ ਕਿ ਪਰਮਾਤਮਾ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਣਾ। ਔਰ ਜਿਹੜਾ ਹਾਜ਼ਰ ਨਾਜ਼ਰ ਸਮਝਦਾ, ਕਦੀ ਕੋਈ ਪਾਪ ਨਹੀਂ ਕਰਦਾ, ਉਹਦਾ ਜੀਵਨ ਬੜਾ ਪਵਿੱਤਰ ਤੋਂ ਪਵਿੱਤਰ ਜੀਵਨ ਹੋ ਜਾਂਦਾ ਹੈ। ਔਰ ਕਿਉਂਕਿ ਦੇਖੋ ਅਸੀਂ ਤਾਂ ਦੁਨਿਆਵੀ ਮਨੁੱਖ ਹੁੰਦੇ ਹਾਂ, ਜਦੋਂ ਗੁਰਦੁਆਰੇ ਆ ਜਾਂਦੇ ਥੋੜ੍ਹਾ ਡਰ ਭੈ ਰੱਖਦੇ ਹਾਂ, ਜਦੋਂ ਚਲੇ ਗਏ ਫਿਰ ਸਾਰੇ ਡਰ ਡੁਰ ਮੁੱਕ ਜਾਂਦੇ ਨੇ। ਔਰ ਜਦੋਂ ਬੰਦੇ ਨੇ ਦੇਖੋ ਪਾਪ ਕਰਨਾ ਹੁੰਦਾ ਫਿਰ ਕਹਿੰਦਾ ਵੀ ਇੱਥੇ ਕੌਣ ਦੇਖਦਾ ਏ। ਪਰ ਇਹ ਬੜੀ ਉੱਚੀ ਅਵਸਥਾ ਹੋਵੇ ਨਾ, ਉਹੀ ਸਮਝਦਾ ਹੈ ਕਿ ਪਰਮਾਤਮਾ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤ ਇਸ ਸਦਾ ਸੰਭਾਲੇ। ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਹੁਣ ਹਰ ਮਨੁੱਖ ਗਿਲੇ ਸ਼ਿਕਵਿਆਂ ਨਾਲ ਭਰਿਆ ਪਿਆ ਏ। ਕੋਈ ਜਦੋਂ ਕੰਮ ਦੇ ਵਿੱਚ ਉਹਨੂੰ ਸਫਲਤਾ ਮਿਲ ਜਾਂਦੀ ਫਿਰ ਕਹਿੰਦਾ ਮੈਂ ਕੀਤਾ ਏ, ਔਰ ਜਦੋਂ ਕੋਈ ਨੁਕਸਾਨ ਹੋ ਜਾਂਦਾ ਫਿਰ ਰੱਬ ਨੂੰ ਦੋਸ਼ ਦਿੰਦਾ ਏ, ਰੱਬ ਨਾਲ ਗਿਲੇ ਸ਼ਿਕਵੇ ਕਰਦਾ ਹੈ ਕਿ ਇਹ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਮਾੜਾ ਕੀਤਾ ਏ। ਪਰ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਨਾ, ਉਹ ਤਾਂ ਕਹਿੰਦਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਆਪਣੇ ਸਾਹਮਣੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਦੇਖ ਲਓ, ਤੱਤੀਆਂ ਤਵੀਆਂ 'ਤੇ ਬੈਠਣਾ, ਔਰ ਗੁਰੂ ਗੋਬਿੰਦ ਸਿੰਘ ਜੀ ਸਾਰਾ ਦੇਖ ਲਓ ਇਤਿਹਾਸ, ਵੀ ਵਾਹਿਗੁਰੂ ਦਾ ਸ਼ੁਕਰ ਹੀ ਮਨਾਇਆ ਏ। ਉਹਦੀ ਰਜਾ ਦੇ ਵਿੱਚ ਜੋ ਪਰਮਾਤਮਾ ਕਰਦਾ, ਚੰਗਾ ਕਰਦਾ, ਭਲਾ ਕਰਦਾ, ਤੇ ਪਰਮਾਤਮਾ ਦਾ ਜਿਹੜਾ ਭਗਤ ਹੁੰਦਾ ਉਹਦੀ ਰਜਾ ਵਿੱਚ ਰਹਿੰਦਾ, ਉਹਦੇ ਭਾਣੇ ਵਿੱਚ ਰਹਿੰਦਾ ਏ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਏ। ਪ੍ਰਭ ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਏਕ ਨਾਮ ਸੰਤਨ ਆਧਾਰ ਹੋਏ ਰਹੇ, ਸਭ ਕੀ ਪਗਸ਼ਾਰ। ਏਕ ਨਾਮ
ਕੇਵਲ ਇੱਕ ਪਰਮਾਤਮਾ ਦਾ ਨਾਮ ਜਿਹੜਾ ਹੁੰਦਾ ਸੰਤ ਦੀ ਜ਼ਿੰਦਗੀ ਦਾ ਉਹੀ ਆਸਰਾ ਹੁੰਦਾ ਹੈ। ਉਹਦੀ ਜ਼ਿੰਦਗੀ ਦਾ ਆਸਰਾ ਸਿਰਫ ਇੱਕ ਕੇਵਲ ਪਰਮਾਤਮਾ ਦਾ ਨਾਮ ਹੈ। ਹੋਰ ਕਿਸੇ ਨੂੰ ਆਪਣਾ ਆਸਰਾ ਨਹੀਂ ਸਮਝਦਾ। ਏਕ ਨਾਮ ਸੰਤਨ ਆਧਾਰ ਹੋਏ ਰਹੇ, ਸਭ ਕੀ ਬਖਸ਼ਾਰ। ਤੇ ਉਹ ਨਿਮਰਤਾ ਵਿੱਚ ਰਹਿੰਦੇ ਨੇ। ਉਹ ਹੁੰਦੇ ਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਤਾਕਤਾਂ ਹੁੰਦੀਆਂ ਨੇ ਸਾਰੇ। ਉਹ ਤੇ ਚਾਹੁਣ ਤੇ ਧਰਤੀ ਨੂੰ ਪੁੱਠੀ ਕਰ ਦੇਣਾ। ਉਹ ਕਰਨ ਨੂੰ ਜੋ ਕੁਛ ਮਰਜ਼ੀ ਕਰ ਸਕਦੇ ਨੇ, ਸੂਰਜ ਠੰਡਾ ਕਰ ਸਕਦੇ ਨੇ, ਪਰ ਉਹ ਇਤਨੀ ਤਾਕਤ ਦੇ ਹੁੰਦਿਆਂ ਵੀ ਨਿਮਰਤਾ ਦੇ ਵਿੱਚ ਰਹਿੰਦੇ ਨੇ, ਗਰੀਬੀ ਦੇ ਵਿੱਚ। ਹਾਂ, ਇਸ ਕੋਲ ਘੁਮਾਇਆ ਗੁਰਮੁਖ ਹਿਰਦੇ ਗਰੀਬੀ ਆ ਗਈ। ਨਿਮਰਤਾ ਵਿੱਚ ਰਹਿੰਦੇ ਨੇ, ਗਰੀਬੀ ਵਿੱਚ ਰਹਿੰਦੇ ਨੇ, ਭਾਵ ਕਿ ਸਾਰਿਆਂ ਦੇ ਚਰਨ ਧੂੜ ਬਣੇ ਰਹਿੰਦੇ ਨੇ, ਭਾਵ ਕਿ ਗਰੀਬੀ ਦੇ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਇਹਦੇ ਅਰਥ ਆਪ ਜੀ ਨੇ ਪਹਿਲਾਂ ਸ਼ਰਵਣ ਕਰ ਲਏ ਨੇ। ਹੁਣ ਰਹਾਉ ਤੋਂ ਜਿਹੜੀ ਅਗਲੀ ਤੁਕ ਹੈਗੀ ਹੈ, ਅੱਗੇ ਸਤਿਗੁਰੂ ਜੀ ਇਹ ਫਰਮਾਉਂਦੇ ਹਨ, ਵਰਤਨ ਜਾਂ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ। ਇਹ ਭਾਈ ਜਿਹੜਾ ਸੰਤ ਹੁੰਦਾ ਨਾ, ਉਹਦਾ ਜਿਹੜਾ ਇੱਕ ਵਰਤਨ ਵਿਹਾਰ ਰੋਜ਼ ਦਾ ਜਿਹੜਾ ਕੰਮ ਹੈਗਾ ਏ, ਉਹ ਇਹੀ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਰਹਿਣਾ ਔਰ ਪ੍ਰਮਾਤਮਾ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ। ਇਹੀ ਉਹਦੇ ਜੀਵਨ ਦਾ ਆਹਰ ਹੈਗਾ ਏ। ਵਰਤਨ ਜਾਂ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ। ਆਨੰਦ ਸਰੂਪ ਪਰਮਾਤਮਾ ਦੀ ਜੋ ਸਿਫਤ ਸਲਾਹ ਵਡਿਆਈ ਹੈ, ਕੀਰਤਨ ਹੈ, ਉਹੀ ਉਹਦੀ ਜ਼ਿੰਦਗੀ ਦਾ ਆਸਰਾ ਹੈ। ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੀ ਸਿਫਤ ਸਲਾਹ। ਸੋ ਅੱਗੇ ਹੁਣ ਵਡੱਪਣ ਕੀ ਹੈ ਕਿ ਮਿੱਤਰ ਸੱਤਰ ਜਾਂ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਭਾਵੇਂ ਮਿੱਤਰ ਹੋਵੇ ਤੇ ਭਾਵੇਂ ਹੋਵੇ ਵੈਰੀ, ਸੰਤ ਵਾਸਤੇ ਸਾਰੇ ਮਿੱਤਰ ਹੀ ਨੇ। ਉਹ ਸਾਰਿਆਂ ਨੂੰ ਆਪਣੇ ਮਿੱਤਰ ਕਰਕੇ ਹੀ ਮੰਨਦਾ ਏ। ਭਾਵੇਂ ਦੂਜੇ ਉਹਨਾਂ ਨੂੰ ਆਪਣੇ ਮਿੱਤਰ ਕਰਕੇ ਨਾ ਸਮਝਣ, ਕੋਈ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦਾ ਹੋਵੇ, ਪਰ ਉਹ ਕਿਸੇ ਨੂੰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੀ ਆਈ। ਉਹ ਵਿਸਰ ਗਈ ਸਭ ਤਾਤ ਪੁਰਾਈ, ਜਪਦੇ ਸਾਧ ਸੰਗਤ ਮੋਹਿ ਪਾਈ। ਉਹਨਾਂ ਦੇ ਅੰਦਰ ਕੋਈ ਸਾੜਾ ਈਰਖਾ ਬਖੇਲੀ ਨਹੀਂ ਹੁੰਦੀ, ਇਹ ਮਿੱਤਰ ਆ, ਇਹ ਦੁਸ਼ਮਣ ਆ। ਉਹ ਸਾਰਿਆਂ ਨੂੰ ਮਿੱਤਰ ਕਰਕੇ ਹੀ ਮੰਨਦੇ ਨੇ, ਦੂਸਰਾ ਸਮਝੇ ਨਾ ਸਮਝੇ। ਭਾਈ ਕਨ੍ਹਈਆ ਅੱਜ ਦੇਖ ਲਓ ਬਈ ਸਾਰਿਆਂ ਨੂੰ ਜਲ ਛਕਾਉਂਦੇ ਸਨ। ਉਹ ਕਹਿੰਦੇ ਸਨ, ਜੋ ਦੀਸੈ ਸੋ ਤੇਰਾ ਰੂਪ, ਬਿਨ ਗੋਬਿੰਦ ਨਾ ਦੀਸੇ ਕੋਈ। ਕਿ ਹਰ ਜਗ੍ਹਾ ਪਰਮਾਤਮਾ, ਹਰ ਜਗ੍ਹਾ ਪਰਮਾਤਮਾ ਨੂੰ ਵਸਦਾ ਸਮਝਦੇ ਸਨ। ਮਿੱਤਰ ਸੱਤਰ ਜਾਂ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਹੁਣ ਸਾਰਿਆਂ ਨੂੰ ਇੱਕ ਸਮਾਨ ਕਿਉਂ ਸਮਝਦੇ ਸੀ? ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਜੋ ਸਾਡਾ ਪਰਮਾਤਮਾ ਮਾਲਕ ਹੈ, ਉਹ ਮੇਰਾ ਮਾਲਕ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ। ਇਸ ਕਰਕੇ ਉਹ ਸਾਰਿਆਂ ਨੂੰ ਬਰਾਬਰ ਸਮਝਦੇ ਆ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕਿ ਸਾਰਿਆਂ ਦੇ ਵਿੱਚ ਮੇਰਾ ਪਰਮਾਤਮਾ ਵਸਦਾ, ਕਿ ਮੇਰੇ ਪਰਮਾਤਮਾ ਤੋਂ ਬਿਨਾਂ ਇਹਨਾਂ ਦੇ ਵਿੱਚ ਹੋਰ ਕੋਈ ਥੋੜ੍ਹੀ ਵਸਦਾ ਹੈ। ਪਰਮਾਤਮਾ ਹੀ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ। ਮਿੱਤਰ ਸੱਤਰ ਜਾਂ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਹੁਣ ਅਗਲਾ ਬੰਦ ਆ ਤੀਜਾ। ਇਹਦੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਜਿਹੜਾ ਪ੍ਰਮਾਤਮਾ ਦਾ ਸੇਵਕ ਹੁੰਦਾ ਹੈ ਨਾ, ਉਹ ਤੇ ਦੂਸਰਿਆਂ ਦੇ ਕਰੋੜਾਂ ਜਿਹੜੇ ਪਾਪ ਕੱਟ ਦਿੰਦਾ, ਕਰੋੜਾਂ ਦੁੱਖ ਦੂਰ ਕਰ ਦਿੰਦਾ ਹੈ। ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਕੋਟ ਕੋਟ ਅਗ ਕਾਟਨ ਹਾਰਾ। ਕਰੋੜਾਂ ਪਾਪ ਕੱਟ ਕੇ ਤੇ ਜੀਵਾਂ ਦੇ ਦੁੱਖ ਦੂਰ ਕਰਦੇ ਹਨ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਦੁੱਖ ਦੂਰ ਕਰਕੇ ਤੇ ਆਤਮਿਕ ਜੀਵਨ ਦੀ ਦਾਤ ਦਿੰਦੇ ਹਨ। ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਜਿਵੇਂ ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ, ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਸੂਰਬੀਰ ਬਚਨ ਕੇ ਬਲੀ, ਉਹ ਵਿਸ਼ੇ ਵਿਕਾਰਾਂ ਦੇ ਟਾਕਰੇ ਤੇ ਸੂਰਮੇ ਹੁੰਦੇ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਐਸਾ ਕੌਣ ਬਲੀ ਹੈ? ਉਹ ਪਰਮਾਤਮਾ ਦੇ ਸੰਤ ਜਨ ਹੁੰਦੇ ਨੇ, ਸੂਰਬੀਰ ਹੁੰਦੇ ਨੇ, ਸੂਰਮੇ ਹੁੰਦੇ ਨੇ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੇ, ਸੋ ਕਹੀਅਤ ਹੈ ਸੂਰਾ। ਆਤਮ ਜਨੇ ਸਗਲ ਵਸ ਤਾਂ ਕੇ, ਜਾਂ ਕਾ ਸਤਿਗੁਰ ਪੂਰਾ।
ਸੂਰਬੀਰ ਬਚਨ ਕੇ ਬਲੀ, ਬਚਨਾਂ ਦੇ ਬਲੀ ਹੁੰਦੇ ਨੇ। ਸਾਧੂ ਬੋਲੇ ਸਹਿਸ ਭਾਈ, ਸਾਧੂ ਕਾ ਬੋਲਿਆ ਵਿਅਰਥ ਨਾ ਜਾਏ। ਜਿਹੜਾ ਬਚਨ ਕਰ ਦਿੰਦੇ ਨਾ ਉਹ ਵਿਅਰਥ ਨਹੀਂ ਜਾਂਦਾ, ਉਹ ਬਚਨ ਦੀ ਪੂਰੀ ਪਾਲਣਾ ਕਰਦੇ ਨੇ, ਉਸ ਬਚਨ ਨੂੰ ਤੋੜ ਤੱਕ ਨਿਭਾਉਂਦੇ ਨੇ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਆ ਜਿਹੜੀ ਮਾਇਆ ਹੁੰਦੀ ਆ ਸਾਰੇ ਸੰਸਾਰ ਨੂੰ ਠੱਗ ਲੈਂਦੀ ਹੈ। ਇਹ ਮਾਇਆ ਨੂੰ ਪ੍ਰਮਾਤਮਾ ਦੇ ਭਗਤਾਂ ਨੇ, ਸੰਤਾਂ ਨੇ ਵਸ ਵਿੱਚ ਕੀਤਾ ਹੁੰਦਾ ਹੈ। ਉਹ ਉਹਨੂੰ ਮਾਇਆ ਨੂੰ ਹੀ ਛੱਡ ਲੈਂਦੇ ਨੇ। ਇਹ ਨਮਾਣੀ ਮਾਇਆ ਭਲਾ ਸੰਤਾਂ ਸਾਹਮਣੇ ਕੀ ਚੀਜ਼ ਆ ਭਲਾ ਵੀ ਇਹ ਸੰਤਾਂ ਦੇ ਜੀਵਨ 'ਤੇ ਜਾਂ ਉਹਨਾਂ 'ਤੇ ਆਪਣਾ ਕੋਈ ਪ੍ਰਭਾਵ ਪਾ ਲੇ। ਸਾਰੇ ਜੀਵਾਂ 'ਤੇ ਇਹਨਾਂ ਦੇ ਪ੍ਰਭਾਵ ਹੈ, ਸਾਰੇ ਸੰਸਾਰ 'ਤੇ, ਪਰ ਸੰਤ ਇਹਨੂੰ ਮਾਇਆ ਨੂੰ ਵਸ ਵਿੱਚ ਕਰ ਲੈਂਦੇ ਨੇ। ਕੌਲਾ ਬਪਰੀ ਸੰਤੀ ਛਲੀ, ਤਾਂ ਕਾ ਸੰਗ ਬਾਚੈ ਸੁਰਦੇਵ, ਅਮੋਘ ਦਰਸ ਸਫਲ ਜਾਂ ਕੀ ਸੇਵ। ਉਹਨਾਂ ਦਾ ਸਤ ਸੰਗ ਕਰਨ ਵਾਸਤੇ, ਉਹਨਾਂ ਦਾ ਸੰਗ ਕਰਨ ਵਾਸਤੇ ਤੇ ਵੱਡੇ ਵੱਡੇ ਦੇਵਤੇ ਵੀ ਤਰਸਦੇ ਨੇ। ਵੱਡੇ ਵੱਡੇ ਮਹਾਨ ਬਿਰਤੀਆਂ ਵਾਲੇ ਕੋਈ ਮਹਾਨ ਪੁਰਸ਼ ਲਾ ਲਓ, ਔਰ ਵੱਡੇ ਵੱਡੇ ਦੇਵਤੇ ਵੀ ਉਹਨਾਂ ਦਾ ਸੰਗ ਕਰਨ ਨੂੰ ਤਰਸਦੇ ਨੇ ਕਿ ਸਾਨੂੰ ਵੀ ਸੰਤਾਂ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੋਵੇ। ਕਿਉਂਕਿ ਉਹਨਾਂ ਦਾ ਜਿਹੜਾ ਸੰਗ ਆ, ਉਹਨਾਂ ਦੀ ਕੀਤੀ ਹੋਈ ਸੇਵਾ, ਉਹਨਾਂ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ। ਅਮੋਘ ਦਰਸ ਸਫਲ ਜਾਂ ਕੀ ਸੇਵਾ, ਉਹਨਾਂ ਦਾ ਕੀਤਾ ਹੋਇਆ ਦਰਸ਼ਨ ਵਿਅਰਥ ਨਹੀਂ ਜਾਂਦਾ ਤੇ ਉਹਨਾਂ ਦੀ ਕੀਤੀ ਹੋਈ ਟਹਿਲ ਸੇਵਾ ਵੀ ਵਿਅਰਥ ਨਹੀਂ ਜਾਂਦੀ, ਜ਼ਰੂਰ ਫਲ ਜ਼ਰੂਰ ਦਿੰਦੀ ਹੈ। ਤਾਂ ਕਾ ਸੰਗ ਬਾਂਛੇ ਸੁਰਦੇਵ, ਅਮੋਘ ਦਰਸ ਸਫਲ ਜਾਂ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਾਂ ਟਹਿਲ ਦੀਜੈ ਗੁਣਦਾਸ। ਦੇਖੋ ਹੁਣ ਗੁਰੂ ਸਾਹਿਬ ਜੀ ਆਪ ਫਰਮਾ ਰਹੇ ਨੇ ਸੰਤ ਦੀ ਮਹਿਮਾ ਵਡਿਆਈ ਕਿਤਨੀ ਹਨ। ਤੋਏ ਕਰ ਜੋੜ ਕਰੇ ਅਰਦਾਸ, ਗੁਰੂ ਜੀ ਕਹਿੰਦੇ ਹਨ ਕਿ ਨਾਨਕ ਜੀ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਨ, ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਨ, ਅਰਜ਼ੋਈ ਕਰਦੇ ਹਨ। ਕੀ ਅਰਜ਼ੋਈ ਕਰਦੇ ਹਨ ਕਿ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ ਪਰਮਾਤਮਾ, ਮੈਨੂੰ ਦਾਤ ਬਖਸ਼ ਕਿਹੜੀ ਕਿ ਮੈਂ ਸੰਤਾਂ ਦੀ ਸੇਵਾ ਕਰਾਂ। ਮੋਹਿ ਸੰਤਾਂ ਟਹਿਲ ਦੀਜੈ ਗੁਣਦਾਸ, ਗੁਣਾਂ ਦੇ ਖਜ਼ਾਨੇ ਪ੍ਰਭੂ ਪਰਮਾਤਮਾ, ਮੇਰੀ ਹੱਥ ਜੋੜ ਕੇ ਤੇਰੇ ਅੱਗੇ ਇਹ ਰਜੋਈ ਆ ਕਿ ਮੈਨੂੰ ਇਹ ਦਾਤ ਬਖਸ਼ ਕਿ ਮੈਂ ਤੇਰੇ ਸੰਤਾਂ ਦੀ ਸੇਵਾ ਕਰਾਂ। ਗੁਰਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਸੋ ਐਸੇ ਜਿਹੜੇ ਜਿਨ੍ਹਾਂ ਦੇ ਬਾਰੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ, ਐਸਾ ਨਹੀਂ ਕਿ ਐਸੇ ਸੰਤ ਹਰ ਜਗ੍ਹਾ ਹੁੰਦੇ ਨੇ, ਹਰ ਪਿੰਡ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਸੰਤ ਮਿਲ ਜਾਏਗਾ, ਹਰ ਸ਼ਹਿਰ ਵਿੱਚ, ਹਰ ਕਸਬੇ ਵਿੱਚ, ਹਰ ਮੁਹੱਲੇ ਵਿੱਚ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਐਸੇ ਸੰਤ ਔਰ ਜਿਨ੍ਹਾਂ ਦੇ ਸੰਗਤਾਂ ਦੇ ਪੂਰੇ ਭਾਗ ਜਾਗਦੇ ਨੇ, ਉੱਥੇ ਉਹ ਪ੍ਰਗਟ ਹੁੰਦੇ ਨੇ। ਔਰ ਕਿਤੇ ਕਿਤੇ ਵਿਰਲੇ ਥਾਵਾਂ 'ਤੇ ਹੁੰਦੇ ਨੇ, ਹੈਨ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ। ਸਾਰ ਕੁਤਾਵਲੀ ਦੇ ਵਿੱਚ ਪੰਡਤ ਹਰਦਿਆਲ ਜੀ ਦਾ ਬਚਨ ਆ, ਉਹ ਕਹਿੰਦੇ ਨੇ, ਜਿਵੇਂ ਗਿਰ ਗਿਰ ਮੈਂ ਮਾਣਕ ਨਹੀਂ, ਗੱਜ ਗੱਜ ਮੋਤੀ ਨਾ ਹੈ। ਜਿਵੇਂ ਹਰ ਪਹਾੜ ਦੇ ਵਿੱਚੋਂ ਮਾਣਕ ਨਹੀਂ ਨਿਕਲਦੇ, ਔਰ ਹਰ ਇੱਕ ਹਾਥੀ ਦੇ ਮਸਤਕ ਵਿੱਚੋਂ, ਮੱਥੇ ਵਿੱਚੋਂ ਮੋਤੀ ਨਹੀਂ ਹੁੰਦਾ। ਹਰ ਇੱਕ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ ਹੁੰਦਾ, ਔਰ ਹਰ ਇੱਕ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ। ਚੰਦਨ ਤਰ ਬਰ ਬਰ ਨਹੀਂ, ਸੰਤ ਨਾ ਪੁਰ ਪੁਰ ਮਾਹੀ। ਇਸ ਤਰ੍ਹਾਂ ਕਰਕੇ ਹਰ ਗਲੀ ਸ਼ਹਿਰ ਮੁਹੱਲੇ ਵਿੱਚ ਸੰਤ ਨਹੀਂ ਹੁੰਦਾ। ਸੰਤ ਵੀ ਕਿਤੇ ਕਿਤੇ ਵਿਰਲੀਆਂ ਥਾਵਾਂ 'ਤੇ ਹੁੰਦੇ ਨੇ। ਕੋਈ ਵਿਰਲੇ ਸੰਤ ਹੁੰਦੇ ਨੇ ਜਿਨ੍ਹਾਂ ਦਾ ਗੁਰਬਾਣੀ ਵਿੱਚ ਇਤਨੀ ਮਹਿਮਾ ਵਡਿਆਈ ਕੀਤੀ ਹੋਈ ਆ, ਔਰ ਐਸੇ ਸੰਤ ਬਹੁਤ ਹੋਏ ਨੇ। ਆਪਾਂ ਦੇਖੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਕਨ੍ਹਈਆ ਜੀ, ਭਾਈ ਤਾਰੂ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ, ਔਰ ਗਿਣੇ ਹੀ ਨਹੀਂ ਜਾ ਸਕਦੇ ਵੀ ਕਿੰਨੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂਆਂ ਨੂੰ ਸਮਰਪਿਤ ਕਰਕੇ ਤੇ ਜਿਨ੍ਹਾਂ ਨੇ ਇੱਕ ਸੇਵਾ ਕੀਤੀ, ਸਿਮਰਨ ਕੀਤਾ, ਆਪਣਾ ਤਨ ਮਨ ਸੌਂਪ ਕੇ, ਤਨ ਮਨ ਤਨ ਸਭ ਸਮ ਗੁਰ ਕੋ ਹੁਕਮ ਮੰਨੇ ਪਾਈਏ। ਤੇ ਹੁਣ ਵੀ ਜਿਹੜੇ ਵਿਰਲੇ ਕਈਆਂ ਥਾਵਾਂ 'ਤੇ ਹੈਗੇ ਨੇ। ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਕਿੰਨੀ ਕਮਾਈ ਹੈ, ਉਹ ਆਪ ਜੀ ਜਾਣਦੇ ਹੋ ਕਿ ਕਿਤਨਾ ਉੱਚਾ ਸੁੱਚਾ ਉਹਨਾਂ ਦਾ ਜੀਵਨ ਸੀ, ਔਰ ਉਹਨਾਂ ਦੇ ਜੀਵਨ ਬਿਲਕੁਲ ਬੇਦਾਗ
ਤੇ ਸਾਫ਼ ਜੀਵਨ। ਉਹਨਾਂ ਦੇ ਜੀਵਨ ਤੇ ਕੋਈ ਕਿਸੇ ਤਰ੍ਹਾਂ ਦਾ ਧੱਬਾ ਨਹੀਂ। ਉਹਨਾਂ ਨੇ ਸੇਵਾ ਸਿਮਰਨ ਇੰਨਾ ਕੀਤਾ, ਇੰਨੀ ਭਗਤੀ ਕਮਾਈ ਕੀਤੀ ਕਿ ਉਹ ਵੀ ਇੱਕ ਵਾਰੀ ਇਸ ਤਰ੍ਹਾਂ ਦੱਸ ਗਏ ਕਿ ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਜਿਉ ਕੇ ਸੰਗਤਾਂ ਨੂੰ ਦੱਸ ਗਏ। ਔਰ ਉਹਨਾਂ ਤੋਂ ਬਾਅਦ ਵੀ ਚਲੋ ਜਿਹੜੇ ਮਹਾਂਪੁਰਖ ਹੈਗੇ ਨੇ, ਵਿਰਲੇ ਮਹਾਂਪੁਰਖ ਨੇ, ਔਰ ਜਿਹੜੇ ਬਾਬਾ ਨਾਨਕ ਸਿੰਘ ਜੀ ਤੋਂ ਅੱਗੇ ਫਿਰ ਉਹਨਾਂ ਦਾ ਵੀ ਐਸਾ ਜੀਵਨ, ਔਰ ਜਿਨ੍ਹਾਂ ਨੇ ਕੌਲਾ ਬਪਰੀ ਸੰਤੀ ਚਲੀ। ਐਸੇ ਮਹਾਂਪੁਰਖ ਨੇ ਦੇਖੋ ਜਿਹੜੇ ਮਾਇਆ ਤੋਂ ਵੀ ਦੂਰ ਰਹਿੰਦੇ ਨੇ, ਔਰ ਮਾਇਆ ਨੂੰ ਵੀ ਹੱਥ ਤੱਕ ਨਹੀਂ ਲਾਉਂਦੇ। ਔਰ ਇਸ ਤਰ੍ਹਾਂ ਹੁੰਦਾ ਏ ਕਿ ਕਿਸੇ ਤਰ੍ਹਾਂ ਦਾ ਉਹਨਾਂ ਦੇ ਅੰਦਰ ਕੋਈ ਵਿਸ਼ਾ ਵਿਕਾਰ ਨਹੀਂ, ਕੋਈ ਲਾਲਚ ਨਹੀਂ, ਕੋਈ ਲੋਭ ਨਹੀਂ, ਹੰਕਾਰ ਨਹੀਂ, ਕੋਈ ਮਿੱਤਰ ਤੇ ਵੈਰੀ ਦਾ ਭੇਦਭਾਵ ਨਹੀਂ ਰੱਖਦੇ। ਐਨ ਉਹ ਬਾਣੀ ਵਿੱਚ ਹਰ ਵਕਤ ਉਹਨਾਂ ਨੇ ਜੁੜੇ ਰਹਿਣਾ ਹੈ ਤੇ ਆਪਣਾ ਜੀਵਨ ਉਹਨਾਂ ਨੇ ਇਸ ਤਰ੍ਹਾਂ ਬਤੀਤ ਕਰਨਾ ਹੈ, ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਆਨੰਦਮਈ ਜੀਵਨ। ਔਰ ਸੁਰਤ ਨੂੰ ਹਮੇਸ਼ਾ ਉਸ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖਣਾ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਹੋਰ ਜਿਹੜੇ ਮੌਜੂਦਾ ਮਹਾਂਪੁਰਖ ਹੈਗੇ ਨੇ, ਦੇਖੋ ਐਸੇ ਮਹਾਂਪੁਰਖ ਹੁੰਦੇ ਨੇ ਕਮਾਈਆਂ ਵਾਲੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੋਈਆਂ ਨੇ, ਪਰ ਐਸੇ ਵਿਰਲੇ ਨੇ। ਸੋ ਸਾਧ ਸੰਗਤ ਜੀ, ਇਹ ਜੋ ਆਪ ਜੀ ਨੇ ਦੇਖਿਆ ਵੀ ਸ਼ਬਦ ਵਿੱਚ ਆਪ ਜੀ ਨੇ ਦੇਖਿਆ ਵੀ ਉੱਥੇ ਜਿਹੜੀ ਸੰਤ ਦੀ ਜੀਵਨ ਦੀ ਜੁਗਤ ਦੱਸੀ ਆ, ਇਹੀ ਕਿ ਉਹ ਪਰਮਾਤਮਾ ਦੇ ਨਾਲ ਆਪਣੇ ਅੱਠੇ ਪਹਿਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ। ਜੋ ਕੁਛ ਪਰਮਾਤਮਾ ਵੱਲੋਂ ਹੁੰਦਾ ਹੈ ਉਸ ਨੂੰ ਭਲਾ ਕਰਕੇ, ਚੰਗਾ ਕਰਕੇ ਸਮਝਦਾ ਹੈ, ਉਹਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਤੇ ਪਰਮਾਤਮਾ ਦਾ ਸਿਮਰਨ ਹੀ ਉਹਦੀ ਜ਼ਿੰਦਗੀ ਦਾ ਆਸਰਾ ਹੈ। ਤੇ ਪਰਮਾਤਮਾ ਦਾ ਸਿਮਰਨ ਕਰਕੇ ਅਵਸਥਾ ਇੰਨੀ ਉੱਚੀ ਹੋ ਜਾਂਦੀ ਕਿ ਮਿੱਤਰ ਤੇ ਵੈਰੀ ਬਰਾਬਰ ਦੇ ਉਹਨਾਂ ਨੂੰ ਦਿਖਾਈ ਦਿੰਦੇ ਹਨ। ਤੋ ਇਸ ਤਰ੍ਹਾਂ ਆਪ ਜੀ ਨੇ ਸਾਰੇ ਸ਼ਬਦ ਵਿੱਚ ਦੇਖੋ ਜੋ ਸਰਵਣ ਕੀਤਾ ਹੈ, ਜੋ ਸੁਣਿਆ ਆਪ ਜੀ ਨੇ ਸ਼ਬਦ, ਇਹਦੇ ਵਿੱਚ ਕਿਤੇ ਨਹੀਂ ਇਹ ਨਹੀਂ ਜ਼ਿਕਰ ਕੀਤਾ ਵੀ ਤੁਹਾਨੂੰ ਘਰ ਬਾਹਰ ਛੱਡਣਾ ਪਊਗਾ, ਜੰਗਲਾਂ ਵਿੱਚ ਜਾ ਕੇ ਭਗਤੀ ਕਰਨੀ ਪਊਗੀ, ਜਾਂ ਸਰੀਰ ਨੂੰ ਕੋਈ ਖਾਸ ਤਰ੍ਹਾਂ ਦੇ ਕਸ਼ਟ ਦੇਣੇ ਪੈਣਗੇ, ਜਾਂ ਤੁਹਾਨੂੰ ਘਰ ਪਰਿਵਾਰ ਛੱਡਣਾ ਪਏਗਾ, ਜਾਂ ਭਿੱਖਿਆ ਮੰਗਣੀ ਪਊਗੀ ਲੋਕਾਂ ਤੋਂ, ਭਿੱਖਿਆ ਮੰਗ ਕੇ ਖਾਣਾ ਹੈ, ਜਾਂ ਕੋਈ ਸਪੈਸ਼ਲ ਹੋਰ ਦਾਨ ਪੁੰਨ ਨਹੀਂ। ਇਹ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਕਿ ਇਸ ਤਰ੍ਹਾਂ ਆਪਣੀ ਜਿਹੜੀ ਸੁਰਤ ਨੂੰ ਪਰਮਾਤਮਾ ਦੇ ਨਾਮ ਵਿੱਚ ਜੋੜਨਾ, ਬਸ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨਾ ਵਿਸਰੇ ਨਾਮ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰਦਾ ਹੀ ਨਹੀਂ ਹੈ, ਉਹ ਕਿਹੋ ਜਿਹੇ ਨੇ? ਸਿੱਖ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਔਰ ਜੇ ਕੋਈ ਬੋਲਦੇ ਹੋਇਆਂ ਭੁੱਲ ਹੋ ਗਈ ਹੋਵੇ ਤੇ ਆਪ ਜੀ ਦਾਸ ਦੇ ਗਿਆਨ ਵਿੱਚ ਵਾਧਾ ਕਰ ਸਕਦੇ ਹੋ। ਸੋ ਗੁਰੂ ਸਾਹਿਬ ਜੀ ਬਖਸ਼ਣਯੋਗ ਨੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਫਿਰ ਕੋਈ ਨਵਾਂ ਸ਼ਬਦ, ਨਵੀਂ ਵਿਚਾਰ ਜਿਹੜੀ ਉਹ ਆਪ ਜੀ ਦੇ ਨਾਲ ਕਰਾਂਗੇ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।